नमस्कार, खबरों के इस बुलेटिन में तुहाडा स्वागत है। मैं हाँ रचना सेवक। पहला पेश ने चोणवीआं खबरां। पीएम मोदी ने किसानों के खात्यां विच भेजी किसान सन्मान निधि की 22वीं किश्त। 9 करोड़ तो वध किसानों मिले 18,640 करोड़ रुपए। पीएम वालों असम विच 47,600 करोड़ रुपए के विकास प्रोजेक्ट देश नूं समर्पित। सूबिਆਂ ਨੂੰ ਕੇਂਦਰ ਵੱਲੋਂ ਵਾਧੂ ਆਰਥਿਕ ਸਹਾਇਤਾ ਦਾ ਐਲਾਨ। ਹਿਮਾਚਲ, ਜੰਮੂ ਕਸ਼ਮੀਰ ਸਣੇ 6 ਸੂਬਿਆਂ ਨੂੰ ਮਿਲੇਗੀ ਸਹਾਇਤਾ। ਅਮਿਤ ਸ਼ਾਹ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ਨੇ ਕੀਤਾ ਐਲਾਨ। ਪੱਛਮੀ ਏਸ਼ੀਆ ਦੇ ਮੌਜੂਦਾ ਹਾਲਾਤਾਂ ਤੇ ਭਾਰਤ ਸਰਕਾਰ ਦੀ ਕਰੜੀ ਨਜ਼ਰ। 11 ਮਾਰਚ ਤੱਕ ਖਾੜੀ ਦੇਸ਼ਾਂ ਤੋਂ ਕਰੀਬ 1.5 ਲੱਖ ਭਾਰਤੀ ਪਰਤੇ ਵਾਪਸ। ਰਿਆਦ ਲਈ ਭਾਰਤੀ ਉਡਾਨਾਂ 12 ਮਾਰਚ ਤੋਂ ਮੁੜ ਸ਼ੁਰੂ। ਮੋਗਾ ਦੇ ਕਿੱਲੀ ਚਹਿਲਾਂ 'ਚ ਭਾਜਪਾ ਵੱਲੋਂ ਬਦਲਾ ਰੈਲੀ ਭਲਕੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇਣਗੇ ਵਰਕਰਾਂ ਨੂੰ ਸੇਧ। ਸੁਨੀਲ ਜਾਖੜ ਤੇ ਅਸ਼ਵਨੀ ਸ਼ਰਮਾ ਨੇ ਲਿਆ ਤਿਆਰੀਆਂ ਦਾ ਜਾਇਜ਼ਾ। ਲੋਕਾਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਦਾ ਦਿੱਤਾ ਖੁੱਲ੍ਹਾ ਸੱਦਾ। ਕੇਂਦਰ ਵੱਲੋਂ ਰਾਜਮਾਰਗ ਪ੍ਰਵੇਸ਼ ਆਨਲਾਈਨ ਪੋਰਟਲ ਲਾਂਚ। ਕੌਮੀ ਸ਼ਾਹ ਮਾਰਗਾਂ ਦੇ ਕੰਢੇ ਤੇ ਜਨਤਕ ਸਹੂਲਤਾਂ ਲਈ ਮਨਜ਼ੂਰੀ ਸੁਖਾਲੀ। ਪੋਰਟਲ ਸਰਕਾਰੀ ਤੇ ਨਿੱਜੀ ਦੋਹਾਂ ਖੇਤਰਾਂ ਲਈ ਸਾਬਤ ਹੋ ਰਿਹਾ ਹੈ ਲਾਹੇਵੰਦ। ਅਤੇ 72ਵੀਂ ਇੰਟਰ ਸਰਵਿਸਿਜ਼ ਹਾਕੀ ਚੈਂਪੀਅਨਸ਼ਿਪ ਆਰਮੀ ਰੈੱਡ ਨੇ ਜਿੱਤੀ। ਵਜਰਾ ਐਸਟ੍ਰੋਟਰਫ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਵਿੱਚ ਇੰਡੀਅਨ ਨੇਵੀ ਨੂੰ ਹਰਾਇਆ। ਮਿੱਥੇ ਸਮੇਂ ਤੱਕ ਟੀਮਾਂ ਰਹੀਆਂ ਸੀ 1-1 ਦੀ ਬਰਾਬਰੀ ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਸਮ ਦੇ ਕੋਕਰਾਝਾਰ ਦਾ ਦੌਰਾ ਮੌਸਮ ਦੀ ਖਰਾਬੀ ਦੇ ਚਲਦਿਆਂ ਰੱਦ ਹੋ ਗਿਆ ਹੈ। ਪੀਐਮ ਮੋਦੀ ਨੇ ਗੁਹਾਟੀ ਦੇ ਗੈਸਟ ਹਾਊਸ ਤੋਂ ਵਰਚੁਅਲ ਢੰਗ ਨਾਲ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਦੌਰਾਨ ਉਹਨਾਂ ਕਿਸਾਨ ਸਨਮਾਨ ਨਿਧੀ ਯੋਜਨਾ ਦੀ 22ਵੀਂ ਕਿਸ਼ਤ ਕਿਸਾਨਾਂ ਦੇ ਖਾਤਿਆਂ ਵਿੱਚ ਡੀਬੀਟੀ ਰਾਹੀਂ ਭੇਜੀ। ਕਿਸ਼ਤ ਤਹਿਤ ਦੇਸ਼ ਭਰ ਦੇ 9 ਕਰੋੜ ਤੋਂ ਵੱਧ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 18,640 ਕਰੋੜ ਰੁਪਏ ਦੀ ਰਕਮ ਪਾਈ ਗਈ। ਸਿੱਧੀ ਲਾਭਪਾਤਰੀ ਬੈਂਕ ਟ੍ਰਾਂਸਫਰ ਸਕੀਮ ਦਾ ਲਾਭ ਉਠਾਉਣ ਵਾਲਿਆਂ ਵਿੱਚ 2 ਕਰੋੜ ਤੋਂ ਵੱਧ ਮਹਿਲਾ ਕਿਸਾਨ ਸ਼ਾਮਲ ਨੇ। धन्यवाद। अब बीटीसी का सड़क परियोजना को दर्शाती एक लघु फिल्म। पीएम मोदी ने असम दौरे की शुरुआत के पहले दिन रेल, हाईवे और विकास नाल जुड़े कई अहम प्रोजेक्टों की शुरुआत की। इस दौरान उन्होंने पूरे हो चुके प्रोजेक्ट राष्ट्र को समर्पित भी किए। पीएम ने असम माला 3.0 का भी भूमि पूजन किया। पीएम के दौरे दौरान 47,800 करोड़ के प्रोजेक्टों की शुरुआत हुई। पीएम मोदी ने दौरे दौरान ਚਾਹ ਬਗੀਚਿਆਂ ਦੇ ਕਿਰਤੀਆਂ ਨੂੰ ਜ਼ਮੀਨ ਦੇ ਪੱਟੇ ਵੰਡੇ, ਜਿਸ ਨਾਲ ਉਹਨਾਂ ਨੂੰ ਰਿਹਾਇਸ਼ੀ ਜ਼ਮੀਨ ਦੇ ਅਧਿਕਾਰ ਮਿਲੇ। असम आने वाले लोगों की सुविधा के लिए जो काम हुए हैं, ढेर सारे प्रोजेक्ट्स आज असम को मिले हैं। आज देश के किसानों और असम में टी गार्डन में काम करने वाले साथियों के लिए भी बहुत बड़ा दिन है। कुछ क्षण पहले पूरे देश में पीएम किसान सम्मान निधि के तहत 18,000 करोड़ रुपए से अधिक की राशि हमारे करोड़ों अन्नदाताओं के खातों में भेजी गई है। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪ੍ਰਧਾਨਗੀ ਵਾਲੀ ਉੱਚ ਪੱਧਰੀ ਕਮੇਟੀ ਨੇ ਸਾਲ 2025 ਦੌਰਾਨ ਹੜ੍ਹ, ਬੱਦਲ ਫਟਣ, ਜ਼ਮੀਨ ਖਿਸਕਣ ਅਤੇ ਚੱਕਰਵਾਤ ਮੌਂਥਾ ਤੋਂ ਪ੍ਰਭਾਵਿਤ 6 ਸੂਬਿਆਂ ਲਈ 1,912.99 ਕਰੋੜ ਦੀ ਵਾਧੂ ਕੇਂਦਰੀ ਸਹਾਇਤਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਸਹਾਇਤਾ ਕੌਮੀ ਆਫਤ ਪ੍ਰਤੀਕਿਰਿਆ ਫੰਡ ਯਾਨੀ NDRF ਰਾਹੀਂ ਪ੍ਰਦਾਨ ਕੀਤੀ ਜਾਵੇਗੀ। ਗ੍ਰਹਿ ਮੰਤਰਾਲੇ ਮੁਤਾਬਕ ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਛੱਤੀਸਗੜ੍ਹ, ਆਂਧਰ ਪ੍ਰਦੇਸ਼, ਗੁਜਰਾਤ ਅਤੇ ਨਾਗਾਲੈਂਡ ਨੂੰ ਇਹ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਔਖੀ ਘੜੀ ਵਿੱਚ ਕੇਂਦਰ सूबिया नाल मोढे नाल मोढा जोड़ के खड़ी है।
ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਭਾਰਤੀ ਰੇਲਵੇ ਦੀ ਸਮਾਂਬੱਧਤਾ ਵਿੱਚ ਸੁਧਾਰ ਨੂੰ ਉਜਾਗਰ ਕਰਦਿਆਂ ਕਿਹਾ ਹੈ ਕਿ 77% ਟ੍ਰੇਨਾਂ ਵੇਲੇ ਸਿਰ ਚੱਲ ਰਹੀਆਂ ਨੇ। ਇਸ ਤੋਂ ਇਲਾਵਾ 24 ਰੇਲਵੇ ਡਿਵੀਜ਼ਨਾਂ ਵੱਲੋਂ 90% ਤੋਂ ਵੱਧ ਟ੍ਰੇਨਾਂ ਦਾ ਸੰਚਾਲਨ ਵੇਲੇ ਸਿਰ ਕੀਤਾ ਜਾ ਰਿਹਾ ਹੈ, ਜਿਹੜਾ ਬਿਹਤਰ ਸੰਚਾਲਨ ਕੁਸ਼ਲਤਾ ਨੂੰ ਦਰਸਾਉਂਦਾ ਹੈ। ਰਾਜ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਜਵਾਬ ਦਿੰਦਿਆਂ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਨਿਰਧਾਰਿਤ ਸਮਾਂ ਹੱਦ ਅੰਦਰ ਪਹੁੰਚਣ ਵਾਲੀਆਂ ਟ੍ਰੇਨਾਂ ਨੇ ਰੇਲਵੇ ਦੇ ਨੈਟਵਰਕ ਪ੍ਰਦਰਸ਼ਨ ਵਿੱਚ ਸੁਧਾਰ ਲਿਆਂਦਾ है। इसको इम्प्रूव करने के लिए 3 अलग अलग अप्रोचेज हैं। पहले तो बहुत सारे टेक्निकल टूल्स लगाए, जैसे IT सिस्टम बनाया कंप्लीट, फॉग सेफ्टी डिवाइसेस लगाए, कई जगह टाइम टेबल में जो स्ट्रक्चरल प्रॉब्लम्स हैं उसके लिए AI बेस्ड एनालिसिस किया है। फिर सेकंड है मेंटेनेंस प्रैक्टिसेस को सिग्निफिकेंटली इम्प्रूव किया है, जिसमें रिमोट डायग्नोस्टिक्स, IoT बेस्ड सिस्टम्स। तीसरा सर ICF से LHB में जो कन्वर्जन हो रहा है कोचेस का, विच इज़ ऑलमोस्ट 90% से ज़्यादा कन्वर्जन हो चुका है, उसके कारण बहुत अच्छी रिलायबिलिटी बढ़ी है, क्योंकि LHB कोचेस आर सिग्निफिकेंटली मोर रिलायबल कंपेयर टू द ICF कोचेस। और चौथा जो ਪੱਛਮੀ ਏਸ਼ੀਆ ਦੇ ਮੌਜੂਦਾ ਹਾਲਾਤਾਂ ਤੇ ਭਾਰਤ ਸਰਕਾਰ ਵੱਲੋਂ ਕਰੜੀ ਨਜ਼ਰ ਰੱਖੀ ਜਾ ਰਹੀ ਹੈ। ਅੰਕੜਿਆਂ ਮੁਤਾਬਕ 11 ਮਾਰਚ ਤੱਕ ਖਾੜੀ ਦੇਸ਼ਾਂ ਤੋਂ ਤਕਰੀਬਨ 1.5 ਲੱਖ ਭਾਰਤੀ ਵਾਪਸ ਪਰਤ ਚੁੱਕੇ ਨੇ। ਰਿਆਦ ਲਈ ਭਾਰਤੀ ਉਡਾਨਾਂ 12 ਮਾਰਚ ਤੋਂ ਮੁੜ ਸ਼ੁਰੂ ਹੋ ਗਈਆਂ ਨੇ। 28 ਫਰਵਰੀ ਤੋਂ 11 ਮਾਰਚ 2026 ਤੱਕ ਦੀ ਮਿਆਦ ਦੇ ਦੌਰਾਨ ਕੁੱਲ 1,50,457 ਹਵਾਈ ਯਾਤਰੀਆਂ ਨੇ ਖਾੜੀ ਦੇਸ਼ਾਂ ਤੋਂ ਭਾਰਤ ਯਾਤਰਾ ਕੀਤੀ। ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਉਡਾਨ ਦੇ ਸਮਾਂ ਸਾਰਣੀ ਅਤੇ ਯਾਤਰਾ ਪ੍ਰਬੰਧਾਂ ਸੰਬੰਧੀ ਨਵੀਨਤਮ ਜਾਣਕਾਰੀ ਲਈ ਆਪਣੀਆਂ ਸੰਬੰਧਿਤ ਏਅਰਲਾਈਨਾਂ ਦੇ संपर्क विच रहन। विदेश मंत्रालय के बुलारे रणधीर जायसवाल ने पत्रकारों नाल गलबात दौरान कहा कि PM मोदी खेतर की सुरक्षा स्थिति ते लगातार नज़र रख रहे हैं। वख-वख उगे आगुआं नाल गलबात दे चलदियां बदलवे रस्तियां तो भारती सुरक्षित वतन परत रहे हैं। उन्होंने कहा कि भारत सारे मुद्दों नूं संवाद अते कूटनीति नाल हल करन ते कायम है। जैसा कि आप जानते हैं, कल हमारे प्रधानमंत्री की ईरान के राष्ट्रपति माननीय डॉक्टर मसूद पेज़ेश्कियान से बात हुई। प्रधानमंत्री ने अपनी बातचीत के दौरान हमारी जो प्राथमिकता है भारतीय नागरिकों को लेकर, उनकी सुरक्षा को लेकर, उनके हित को लेकर, इसके बारे में उजागर किया। साथ ही साथ उन्होंने जो महत्व है ऊर्जा और सामग्री के पारगमन का, इसके बारे में भी उन्होंने उल्लेख किया। प्रधानमंत्री ने गहरी चिंता जताई जो वहाँ पर उस क्षेत्र में जो सुरक्षा की स्थिति बनी हुई है उस पर, और साथ ही साथ केंद्र सरकार ਦੀਆਂ हिदायतों तो बाद सप्लाई विभाग ने खपतकारां ਨੂੰ LPG ਪੈਟਰੋਲ ਅਤੇ ਡੀਜ਼ਲ ਦੀ ਵਰਤੋਂ ਸਮਝਦਾਰੀ ਨਾਲ ਕਰਨ ਦੀ ਅਪੀਲ ਕੀਤੀ ਹੈ। ਵਿਭਾਗ ਨੇ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੀ ਇੱਕ ਨੋਟੀਫਿਕੇਸ਼ਨ ਦਾ ਹਵਾਲਾ ਦਿੰਦਿਆਂ ਦਾਅਵਾ ਕੀਤਾ ਹੈ ਕਿ ਦੇਸ਼ ਵਿੱਚ LPG ਪੈਟਰੋਲ ਅਤੇ ਡੀਜ਼ਲ ਦੇ ਕਾਫੀ ਭੰਡਾਰ ਨੇ। ਮੰਤਰਾਲੇ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਮੱਧ ਪੂਰਬ ਵਿੱਚ ਚੱਲ ਰਹੇ ਟਕਰਾਅ ਕਾਰਨ ਸਪਲਾਈ ਸਥਿਤੀ ਵਿੱਚ ਕੁਝ ਅਸਥਿਰਤਾ ਬਣੀ ਹੋਈ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਸਪਲਾਈ ਵਿਭਾਗ ਨੇ ਲੋਕਾਂ ਨੂੰ ਇਹਨਾਂ ਉਤਪਾਦਾਂ ਦੀ ਵਰਤੋਂ ਸਮਝਦਾਰੀ ਨਾਲ ਕਰਨ ਦੀ ਸਲਾਹ ਦਿੱਤੀ ਹੈ। ਮੰਡੀਕਰਨ ਅਤੇ ਤੇਲ ਰਿਫਾਈਨਰੀ ਦੇ ਜੁਆਇੰਟ ਸਕੱਤਰ ਸੁਜਾਤਾ ਸ਼ਰਮਾ ਨੇ ਨਵੀਂ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਾਰੇ ਪੈਟਰੋਲ ਪੰਪਾਂ ਤੇ ਪੈਟਰੋਲ ਅਤੇ ਡੀਜ਼ਲ ਲੋੜੀਂਦੀ ਮਾਤਰਾ ਵਿੱਚ ਉਪਲਬਧ ਹੈ। ਉਹਨਾਂ ਕਿਹਾ ਕਿ ਗੈਰ ਕਾਨੂੰਨੀ ਜਮਾਖੋਰੀ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਕੰਪਨੀਆਂ ਨੂੰ ਅਜਿਹੀਆਂ ਗੈਰ ਕਾਨੂੰਨੀ ਸਰਗਰਮੀਆਂ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ ਅਤੇ ਅਧਿਕਾਰੀਆਂ ਵੱਲੋਂ ਅਚਾਨਕ ਨਿਰੀਖਣ ਵੀ ਕੀਤਾ ਜਾ ਰਿਹਾ ਹੈ। कर्नाटका में भी फूड एंड सिविल सप्लाईज डिपार्टमेंट के ऑफिसर्स ने रेड की है और इसी तरह जो इलीगली स्टोर्ड सिलेंडर्स थे उनकी रिकवरी की है। इसी तरह मध्य प्रदेश में भी एक्शन लिया गया है। आपके माध्यम से मैं सारे डिस्ट्रीब्यूटर्स को ये कहना चाहूँगी कि हमें कुछ भी ऐसा नहीं करना है जो इलीगल है और जिसके लिए हमें पछताना पड़े। इसके अलावा शिपिंग मंत्रालय के बुलारे राजेश कुमार सिन्हा ने कहा कि फ्रांस की खाड़ी विच होरमुज जल डमरू के पच्छम विच 24 भारतीय झंडे वाले जहाज़ ने। यह गिणती कल ते अज उन्नी ही है, जिस विच कुल 677 भारतीय मलाह सवार ने। उसमें 677 भारतीय नाविक हैं। स्टेट ऑफ होरमुज के ईस्ट में पूर्वी साइड में जो गल्फ ऑफ ओमान है उसमें 4 वेसल थे कल। एक उसमें से मूव किया है जग प्रकाश जो एक ऑयल टैंकर है। तो अब वहां पे 3 भारतीय फ्लैग के वेसल्स रह गए, उसमें 76 इंडियन नाविक हैं। इसके अलावा टोटल गल्फ रीजन में करीब 23,000 इंडियन नाविक हैं
जो अक्रॉस मर्चेंट हार्बर ऑफशोर वेसल वगैरह में काम कर रहे हैं, और डीजी शिपिंग इन सभी से ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਭਲਕੇ ਮੋਗਾ ਦੇ ਪਿੰਡ ਕਿੱਲੀ ਚਹਿਲਾ ਵਿਖੇ ਇਤਿਹਾਸਿਕ ਬਦਲਾਅ ਰੈਲੀ ਕੀਤੀ ਜਾ ਰਹੀ ਹੈ। ਇਹ ਰੈਲੀ ਭਲਕੇ ਸਵੇਰੇ 10 ਵਜੇ ਸ਼ੁਰੂ ਹੋਵੇਗੀ। ਇਸ ਵਿੱਚ ਭਾਜਪਾ ਦੇ ਸੀਨੀਅਰ ਆਗੂ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪਾਰਟੀ ਵਰਕਰਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਸੇਧ ਦੇਣਗੇ। ਪੰਜਾਬ ਭਾਜਪਾ ਦੇ ਵੱਖ-ਵੱਖ ਆਗੂ ਅਤੇ ਕਾਰਕੁਨ ਹੇਠਲੇ ਪੱਧਰ ਤੱਕ ਇਸ ਰੈਲੀ ਦੀਆਂ ਤਿਆਰੀਆਂ ਵਿੱਚ ਜੁਟੇ ਹੋਏ ਨੇ। ਅਧਿਕਾਰੀਆਂ ਵੱਲੋਂ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਸੰਗਠਨਾਤਮਕ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ। ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਤੇ ਪਾਰਟੀ ਵਰਕਰਾਂ ਨੂੰ ਸੂਬੇ ਵਿੱਚ ਬਦਲਾਅ ਦੀ ਲਹਿਰ ਲਈ ਕਮਰ ਕੱਸੇ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ। ਆਗੂਆਂ ਦਾ ਕਹਿਣਾ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਵਿਕਾਸ ਦੀ ਰਾਹ ਤੇ ਲਿਜਾਣ ਅਤੇ ਨਵੇਂ ਪੰਜਾਬ ਦੀ ਸਿਰਜਣਾ ਲਈ ਵਚਨਬੱਧ ਹੈ। ਸ਼ੰਖਨਾਦ ਤਾਂ ਹੋ ਗਿਆ ਸਾਹਿਬ, ਤੁਸੀਂ 2 ਦਿਨਾਂ ਤੋਂ ਅਸੈਂਬਲੀ 'ਚ ਸੁਣੋ, ਉੱਥੇ ਆਹੀ ਹੋ ਰਿਹਾ। ਅਮਿਤ ਸ਼ਾਹ ਜੀ ਆ ਗਏ, ਅਮਿਤ ਸ਼ਾਹ ਜੀ ਆ ਗਏ, ਬੀਜੇਪੀ ਆ ਗਈ, ਬੀਜੇਪੀ ਆ ਗਈ। ਉਹਨਾਂ ਦੇ ਤਾਂ ਹੁਣੇ ਪਿੱਸੂ ਪਏ ਖੜੇ। ਜਿੱਥੇ ਪੰਜਾਬ ਦੇ ਲੋਕਾਂ ਦੇ ਵਿੱਚ ਆਸ ਦੇ ਇੱਕ ਉਬਾਰ ਉੱਠਿਆ, ਇਹਨਾਂ ਦੇ ਉਸੇ ਕਿਸਮ ਦਾ ਇੱਕ ਖੌਫ ਬਣਿਆ ਹੋਇਆ ਵੀ ਆ ਗਏ ਅਮਿਤ ਸ਼ਾਹ ਪੈ ਗਏ। ਕਿਉਂਕਿ ਜਿਹੜੇ ਹੈ ਚੋਰ ਦੇ ਪੈਰ ਨਹੀਂ ਹੁੰਦੇ ਸਾਹਿਬ, ਜਿਹੜਿਆਂ ਦੇ ਕਮਜ਼ੋਰ ਅੰਦਰ ਕਮਜ਼ੋਰੀਆਂ, ਉਹ ਕਮਜ਼ੋਰੀਆਂ ਸਾਹਮਣੇ ਆ ਰਹੀਆਂ। ਕਿਉਂਕਿ ਜਿਸ ਹਿਸਾਬ ਨਾਲ ਪੰਜਾਬ ਨੂੰ ਲੁੱਟਿਆ ਇਹਨਾਂ ਨੇ, ਆਪਦੇ ਮਨ 'ਚ ਇਹਨਾਂ ਦੇ ਸਰਕਾਰ ਦੇ ਚੋਰ ਹੈ, ਤੇ ਉਸੇ ਕਰਕੇ ਜਿਹੜਾ ਖੌਫ ਹੈ ਉੱਥੇ 2 ਦਿਨਾਂ 'ਚ ਅਸੈਂਬਲੀ 'ਚ ਆ ਗਏ ਅਮਿਤ ਸ਼ਾਹ, ਆ ਗਏ ਅਮਿਤ ਸ਼ਾਹ ਆ ਰਹੇ ਸਭ। कल मोगा विखे भारतीय जनता पार्टी की बदलाव रैली होने जा रही है। आओ रल के बदलिए पंजाब। भारतीय जनता पार्टी पंजाब वालों 14 तरीक नूं मोगा विखे 10 बजे बदलाव रैली की जा रही है, जिस दे अंदर ਸਰਕਾਰ ਨੇ ਕਿਹਾ ਹੈ ਕਿ ਰਾਜਮਾਰਗ ਪ੍ਰਵੇਸ਼ ਆਨਲਾਈਨ ਪੋਰਟਲ ਰਾਹੀਂ ਕੌਮੀ ਸ਼ਾਹ ਮਾਰਗਾਂ ਦੇ ਕੰਢੇ ਪੈਟਰੋਲ ਪੰਪ, ਰੈਸਟੋਰੈਂਟ ਜਾਂ ਰੈਸਟ ਹਾਊਸ ਸਥਾਪਿਤ ਕਰਨ ਲਈ ਜ਼ਰੂਰੀ ਮਨਜ਼ੂਰੀਆਂ ਹਾਸਲ ਕਰਨ ਦੀ ਪ੍ਰਕਿਰਿਆ ਸੁਖਾਲੀ ਹੋ ਗਈ ਹੈ। ਇਸ ਪੋਰਟਲ ਦੀ ਸ਼ੁਰੂਆਤ ਕੇਂਦਰੀ ਸੜਕੀ ਆਵਾਜਾਈ ਅਤੇ ਕੌਮੀ ਸ਼ਾਹਰਾਹ ਮੰਤਰੀ ਨਿਤਿਨ ਗਡਕਰੀ ਨੇ ਕੀਤੀ ਸੀ। ਇਹ ਪਲੇਟਫਾਰਮ ਸਰਕਾਰੀ ਅਤੇ ਨਿੱਜੀ ਖੇਤਰਾਂ ਨੂੰ ਕੌਮੀ ਸ਼ਾਹ ਮਾਰਗਾਂ ਦੇ ਨਾਲ-ਨਾਲ ਪਾਣੀ ਅਤੇ ਗੈਸ ਪਾਈਪਲਾਈਨਾਂ, ਆਪਟੀਕਲ ਫਾਈਬਰ ਕੇਬਲ ਅਤੇ ਬਿਜਲੀ ਦੀਆਂ ਲਾਈਨਾਂ ਵਿਛਾਉਣ ਲਈ ਪ੍ਰਵਾਨਗੀ ਹਾਸਲ ਕਰਨ ਵਿੱਚ ਮਦਦ ਕਰੇਗਾ। 72ਵੀਂ ਇੰਟਰ ਸਰਵਿਸਿਜ਼ ਹਾਕੀ ਚੈਂਪੀਅਨਸ਼ਿਪ ਆਰਮੀ ਰੈੱਡ ਨੇ ਜਿੱਤ ਲਈ ਹੈ। ਜਲੰਧਰ ਕੈਂਟ ਦੇ ਵਜਰਾ ਐਸਟ੍ਰੋਟਰਫ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਆਰਮੀ ਰੈੱਡ ਅਤੇ ਇੰਡੀਅਨ ਨੇਵੀ ਦੀਆਂ ਟੀਮਾਂ ਮਿੱਥੇ ਸਮੇਂ ਤੱਕ 1-1 ਗੋਲ ਦੀ ਬਰਾਬਰੀ ਤੇ ਰਹੀਆਂ। ਮੈਚ ਦਾ ਨਤੀਜਾ ਕੱਢਣ ਲਈ ਪੈਨਲਟੀ ਸ਼ੂਟਆਊਟ ਦਾ ਸਹਾਰਾ ਲਿਆ ਗਿਆ, ਜਿਸ ਦੌਰਾਨ ਟੀਮਾਂ 5-5 ਦੀ ਬਰਾਬਰੀ ਤੇ ਰਹੀਆਂ। ਮਗਰੋਂ ਜੋ ਮਾਰੇ ਸੋ ਮੀਰ ਨਿਯਮ ਯਾਨੀ ਸਡਨ ਡੈਥ ਰਾਹੀਂ ਮੈਚ ਦਾ ਨਤੀਜਾ ਕੱਢਿਆ ਗਿਆ, ਜਿਸ ਵਿੱਚ ਆਰਮੀ ਰੈੱਡ ਦੀ ਟੀਮ 6-5 ਨਾਲ ਜੇਤੂ ਐਲਾਨੀ ਗਈ। ਪੱਛਮੀ ਕਮਾਨ ਦੇ ਮੁਖੀ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਰਸਮੀ ਤੌਰ ਤੇ ਗੇਂਦ ਨੂੰ ਰੋਲ ਕਰਕੇ ਮੈਚ ਦੀ ਸ਼ੁਰੂਆਤ ਕੀਤੀ ਅਤੇ ਖਿਡਾਰੀਆਂ ਨਾਲ ਮੁਲਾਕਾਤ ਵੀ ਕੀਤੀ। ਉਹਨਾਂ ਖਿਡਾਰੀਆਂ ਦਾ ਹੌਸਲਾ ਵਧਾਇਆ ਅਤੇ ਕਿਹਾ ਕਿ ਅਜਿਹੇ ਉਪਰਾਲੇ ਉਹਨਾਂ ਵਿੱਚ ਟੀਮ ਭਾਵਨਾ ਨੂੰ ਮਜ਼ਬੂਤ ਬਣਾਉਂਦੇ ਨੇ। ਜੇਤੂ ਟੀਮ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸੱਭਿਆਚਾਰਕ ਵੰਨਗੀਆਂ ਵੀ ਪੇਸ਼ ਕੀਤੀਆਂ ਗਈਆਂ, ਜਿਨ੍ਹਾਂ ਵਿੱਚੋਂ ਪੰਜਾਬੀ ਲੋਕ ਨਾਚ ਭੰਗੜੇ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ। ਜ਼ਿਕਰਯੋਗ ਹੈ ਕਿ ਹਥਿਆਰਬੰਦ ਫੌਜਾਂ ਵੱਲੋਂ ਹਾਕੀ ਵਿੱਚ ਕਰਵਾਇਆ ਜਾਣ ਵਾਲਾ ਇਹ ਸਭ ਤੋਂ ਵੱਡਾ ਮੁਕਾਬਲਾ ਹੈ, ਜਿਸ ਦੌਰਾਨ ਹੋਣਹਾਰ ਅਤੇ ਪ੍ਰਤਿਭਾਵਾਨ ਖਿਡਾਰੀਆਂ ਦੀ ਪਛਾਣ ਕੀਤੀ ਜਾਂਦੀ ਹੈ ਅਤੇ ਉਹਨਾਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਲਈ ਤਿਆਰ ਕੀਤਾ ਜਾਂਦਾ ਹੈ। ਖਬਰਾਂ ਦੇ ਬੁਲੇਟਿਨ ਸਾਡੇ ਦਰਸ਼ਕ ਡੀਡੀ ਨਿਊਜ਼ ਪੰਜਾਬ ਦੇ YouTube ਚੈਨਲ, Facebook ਪੇਜ, Instagram ਅਤੇ ਸੋਸ਼ਲ ਮੀਡੀਆ ਪਲੇਟਫਾਰਮ X ਤੇ ਵੀ ਦੇਖ ਸਕਦੇ ਨੇ। ਬੁਲੇਟਿਨ ਦੇ ਅਖੀਰ ਵਿੱਚ ਚੁਣਵੀਆਂ ਖਬਰਾਂ ਇੱਕ ਵਾਰ ਫਿਰ ਤੋਂ। ਪੀਐਮ ਮੋਦੀ ਨੇ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੀ ਕਿਸਾਨ ਸਨਮਾਨ ਨਿਧੀ ਦੀ 22ਵੀਂ ਕਿਸ਼ਤ। 9 ਕਰੋੜ ਤੋਂ ਵੱਧ ਕਿਸਾਨਾਂ ਨੂੰ ਮਿਲੇ 18,640 ਕਰੋੜ ਰੁਪਏ। ਪੀਐਮ ਵੱਲੋਂ ਅਸਮ ਵਿੱਚ 47,600 ਕਰੋੜ ਰੁਪਏ ਦੇ ਵਿਕਾਸ ਪ੍ਰੋਜੈਕਟ ਦੇਸ਼ ਨੂੰ ਸਮਰਪਿਤ। ਸੂਬਿਆਂ ਨੂੰ ਕੇਂਦਰ ਵੱਲੋਂ ਵਾਧੂ ਆਰਥਿਕ ਸਹਾਇਤਾ ਦਾ ਐਲਾਨ। ਹਿਮਾਚਲ, ਜੰਮੂ ਕਸ਼ਮੀਰ ਸਣੇ 6 ਸੂਬਿਆਂ ਨੂੰ ਮਿਲੇਗੀ ਸਹਾਇਤਾ। ਅਮਿਤ ਸ਼ਾਹ ਦੀ ਅਗਵਾਈ ਵਾਲੀ ਉੱਚ ਪੱਧਰੀ ਕਮੇਟੀ ਨੇ ਕੀਤਾ ਐਲਾਨ। ਪੱਛਮੀ ਏਸ਼ੀਆ ਦੇ ਮੌਜੂਦਾ ਹਾਲਾਤਾਂ ਤੇ ਭਾਰਤ ਸਰਕਾਰ ਦੀ ਕਰੜੀ ਨਜ਼ਰ। 11 ਮਾਰਚ ਤੱਕ ਖਾੜੀ ਦੇਸ਼ਾਂ ਤੋਂ ਕਰੀਬ 1.5 ਲੱਖ ਭਾਰਤੀ ਪਰਤੇ ਵਾਪਸ। ਰਿਆਦ ਲਈ ਭਾਰਤੀ ਉਡਾਨਾਂ 12 ਮਾਰਚ ਤੋਂ ਮੁੜ ਸ਼ੁਰੂ। ਮੋਗਾ ਦੇ ਕਿੱਲੀ ਚਹਿਲਾਂ 'ਚ ਭਾਜਪਾ ਵੱਲੋਂ ਬਦਲਾਅ ਰੈਲੀ ਭਲਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇਣਗੇ ਵਰਕਰਾਂ ਨੂੰ ਸੇਧ। ਸੁਨੀਲ ਜਾਖੜ ਤੇ ਅਸ਼ਵਨੀ ਸ਼ਰਮਾ ਨੇ ਲਿਆ ਤਿਆਰੀਆਂ ਦਾ ਜਾਇਜ਼ਾ। ਲੋਕਾਂ ਨੂੰ ਰੈਲੀ ਵਿੱਚ ਸ਼ਾਮਲ ਹੋਣ ਦਾ ਦਿੱਤਾ ਖੁੱਲ੍ਹਾ ਸੱਦਾ। ਕੇਂਦਰ ਵੱਲੋਂ ਰਾਜਮਾਰਗ ਪ੍ਰਵੇਸ਼ ਆਨਲਾਈਨ ਪੋਰਟਲ ਲਾਂਚ। ਕੌਮੀ ਸ਼ਾਹ ਮਾਰਗਾਂ ਦੇ ਕੰਢੇ ਤੇ ਜਨਤਕ ਸਹੂਲਤਾਂ ਲਈ ਮਨਜ਼ੂਰੀ ਸੁਖਾਲੀ। ਪੋਰਟਲ ਸਰਕਾਰੀ ਅਤੇ ਨਿੱਜੀ ਦੋਹਾਂ ਖੇਤਰਾਂ ਲਈ ਸਾਬਤ ਹੋ ਰਿਹਾ ਲਾਹੇਵੰਦ।
ਅਤੇ 72ਵੀਂ ਇੰਟਰ ਸਰਵਿਸਿਜ਼ ਹਾਕੀ ਚੈਂਪੀਅਨਸ਼ਿਪ ਆਰਮੀ ਰੈੱਡ ਨੇ ਜਿੱਤੀ। ਵਜਰਾ ਐਸਟ੍ਰੋ ਟਰਫ ਹਾਕੀ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਵਿੱਚ ਇੰਡੀਅਨ ਨੇਵੀ ਨੂੰ ਹਰਾਇਆ। ਮਿੱਥੇ ਸਮੇਂ ਤੱਕ ਟੀਮਾਂ ਰਹੀਆਂ ਸੀ 1-1 ਦੀ ਬਰਾਬਰੀ ਤੇ। ਇਸ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਆਗਿਆ ਦਿਓ, ਨਮਸਕਾਰ।